ਗੁਰੂ ਪਿਆਰ ਵਾਲਿਓ, ਸਤਸੰਗੀ ਜਨੋ, ਅੱਜ ਮੈਂ ਜੋ ਤੁਹਾਡੇ ਨਾਲ ਵਾਰਤਾ ਸਾਂਝੀ ਕਰਨੀ ਚਾਹੁੰਦਾ ਉਹ ਹੈ ਗਿਆਨੀ ਹਰਬੰਸ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਟੀਕ ਵੀ ਲਿਖਿਆ ਹੈ। ਉਹਨਾਂ ਦੀ ਲਿਖੀ ਹੋਈ ਇਹ ਵਾਰਤਾ ਹੈ, ਇਹ ਗਾਥਾ ਹੈ, ਜਿਸ ਵਿੱਚ ਉਹਨਾਂ ਨੇ ਅਰਦਾਸ ਦੇ ਕਮਾਲ ਬਾਬਤ ਇਤਿਹਾਸਕ ਖੋਜ ਭਰਪੂਰ ਲੇਖ ਲਿਖਿਆ ਹੈ ਕਿ ਜਦੋਂ ਪਹਿਲੀ ਵੱਡੀ ਜੰਗ ਹੋਈ ਹੈ, ਉਸ ਵਕਤ ਜਰਮਨੀ ਫੌਜਾਂ ਬਹੁਤ ਤੇਜ਼ੀ ਨਾਲ ਅੱਗੇ ਵਧੀਆਂ। ਇਹ ਉਸ ਤਰ੍ਹਾਂ ਅੱਗੇ ਵਧੀਆਂ ਜਿਵੇਂ ਦੂਜੀ ਜੰਗ ਵਿੱਚ ਹਿਟਲਰ ਦੀ ਕਮਾਨ ਦੇ ਹੇਠਾਂ ਫੌਜਾਂ ਅੱਗੇ ਵਧੀਆਂ ਸਨ। ਇਹ ਪਹਿਲੀ ਜੰਗ ਵਿੱਚ ਇਟਲੀ ਜਰਮਨ ਦੇ ਵਿਰੁੱਧ ਲੜਿਆ ਤੇ ਇਹ ਜਿਹੜੀਆਂ ਜਰਮਨੀ ਫੌਜਾਂ ਸਨ, ਇਹਨਾਂ ਨੇ ਸਾਧ ਸੰਗਤ ਇਸ ਲੜਾਈ ਵਿੱਚ ਸਭ ਤੋਂ ਪਹਿਲਾਂ ਹਵਾਈ ਜਹਾਜ਼ ਵਰਤੇ ਸਨ। ਫਰਾਂਸ ਦੀਆਂ ਜਿਹੜੀਆਂ ਪਹਾੜੀਆਂ ਸਨ, ਇਹਨਾਂ ਉੱਤੇ ਜਰਮਨ ਫੌਜਾਂ ਨੇ ਅੱਗੇ ਵੱਧ ਕੇ ਕਬਜ਼ਾ ਕਰ ਲਿਆ ਤੇ ਜਰਮਨੀ ਫੌਜਾਂ ਦੇ ਕਬਜ਼ਾ ਕਰਨ ਕਰਕੇ ਅੰਗਰੇਜ਼ੀ ਤੇ ਜਿਹੜੀਆਂ ਫਰਾਂਸੀਸੀ ਫੌਜਾਂ ਸਨ, ਉਹਨਾਂ ਦੀ ਜਾਨ ਦਾ ਖਤਰਾ ਹੀ ਨਹੀਂ ਬਣ ਗਿਆ, ਬਲਕਿ ਉਹਨਾਂ ਦੀ ਜਾਨ ਦਾ ਜੋਖਮ ਬਣ ਗਿਆ। ਇਹ ਪਹਾੜੀਆਂ, ਜਿਹੜੀਆਂ ਪਹਾੜੀਆਂ ਉੱਤੇ ਜਰਮਨੀ ਫੌਜਾਂ ਨੇ ਕਬਜ਼ਾ ਕੀਤਾ ਹੋਇਆ ਸੀ, ਇਹ ਫਰਾਂਸ ਦੀਆਂ ਪਹਾੜੀਆਂ ਸਨ। ਬਹੁਤ ਫੌਜਾਂ ਨੇ, ਹਜ਼ਾਰਾਂ ਫੌਜਾਂ ਨੇ ਉਤੋਂ ਥੱਲੀ ਕਈ ਹਮਲੇ ਕੀਤੇ ਤੇ ਬਹੁਤ ਭਾਰੀ ਨੁਕਸਾਨ ਹੋਇਆ। ਅੰਗਰੇਜ਼ਾਂ ਕੋਲ ਬਹੁਤੇ ਦੇਸ਼ ਸਨ, ਇਸ ਕਰਕੇ ਉਹਨਾਂ ਨੇ ਹਰ ਮੁਲਕ ਦੀਆਂ ਫੌਜਾਂ ਆਪਣੇ ਕੋਲ ਰੱਖੀਆਂ ਹੋਈਆਂ ਸਨ। ਅੰਤ ਨੂੰ ਜੋ ਅੰਗਰੇਜ਼ੀ ਤੇ ਫਰਾਂਸੀਸੀ ਫੌਜਾਂ ਸਨ, ਜੋ ਹਾਰ ਗਈਆਂ ਸਨ, ਇਹਨਾਂ ਪਹਾੜੀਆਂ ਉੱਤੇ ਹਮਲਾ ਕਰ ਕਰਕੇ ਤੇ ਆਪਣੇ ਅਨੇਕਾਂ ਫੌਜੀ ਮਰਵਾ ਚੁੱਕੀਆਂ ਸਨ। ਉਹਨਾਂ ਨੇ ਜਦੋਂ ਆਪਣੀ ਹਾਰ ਮੰਨ ਲਈ ਤੇ ਉਹਨਾਂ ਅੰਗਰੇਜ਼ੀ ਤੇ ਫਰਾਂਸੀਸੀ ਫੌਜਾਂ ਨੇ ਫੈਸਲਾ ਕੀਤਾ ਕਿ ਭਾਰਤੀ ਫੌਜਾਂ ਨੂੰ ਹਮਲਾ ਕਰਨ ਲਈ ਅੱਗੇ ਧੱਕਿਆ ਜਾਏ। ਉਹਨਾਂ ਦੀ ਕਮਾਨ ਇੱਕ ਅੰਗਰੇਜ਼ ਜਾਂ ਇੱਕ ਫਰਾਂਸੀਸੀ ਕਰੇਗਾ, ਕਿਉਂਕਿ ਫਰਾਂਸੀਸੀ ਜਿਹੜੇ ਸਨ ਮਾਰ ਖਾ ਖਾ ਕੇ ਮੋਰਚੇ ਦੀ ਆਸ ਲਾ ਬੈਠੇ ਸਨ। ਇਸ ਲਈ ਸਿੱਖ ਪਲਟਨ ਨੂੰ ਅੱਗੇ ਭੇਜਣ ਦਾ ਫੈਸਲਾ ਹੋਇਆ। ਸਿੱਖ ਆਪ ਨੂੰ ਪਤਾ ਹੈ, ਸ਼ੁਰੂ ਤੋਂ ਹੀ ਗੁਰੂ ਮਾਲਕ ਦੇ ਆਸਰੇ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਹਮੇਸ਼ਾ ਫਤਿਹ ਹਾਸਲ ਕਰਦੇ ਰਹੇ ਨੇ। ਗੁਰੂ ਦਾ ਸਿੱਖ ਦੋਵੇਂ ਵੇਲੇ ਅਰਦਾਸ ਕਰਕੇ, ਅਰਦਾਸ ਨਿਤਨੇਮ ਕਰਦਾ ਹੈ, ਜਦੋਂ ਪਾਠ ਕਰਦਾ ਹੈ ਅਰਦਾਸ ਵੀ ਕਰਦਾ, ਮਹਾਰਾਜ ਤੁਹਾਡੀ ਕਿਰਪਾ ਸਦਕਾ ਹਰ ਦੀਵਾਨੇ ਮੈਦਾਨੇ ਫਤਿਹ ਹੋਵੇ। ਜਿਹਨੂੰ ਮਾਲਕ ਉੱਤੇ ਪੂਰਨ ਭਰੋਸਾ ਹੁੰਦਾ ਹੈ ਤੇ ਬਾਣੀ ਪੜ੍ਹਨ ਵਾਲਾ ਹੁੰਦਾ ਹੈ ਤੇ ਸਾਧ ਸੰਗਤ ਜੀ ਦਾ ਮਨ ਟਿਕ ਜਾਏ ਅਰਦਾਸ ਵੇਲੇ, ਇਹ ਪੱਥਰ ਉੱਤੇ ਲਕੀਰ ਹੈ ਗੱਲ ਕਿ ਉਹਦੀ ਸਤਿਗੁਰੂ ਜ਼ਰੂਰ ਸੁਣਦੇ ਨੇ ਤੇ ਉਹਦੀ ਆਸ ਮੁਰਾਦ ਵੀ ਪੂਰੀ ਹੁੰਦੀ ਹੈ। ਇਸ ਕਰਕੇ ਸਾਧ ਸੰਗਤ ਜਦੋਂ ਸਿੱਖ ਫੌਜਾਂ ਨੂੰ ਹੁਕਮ ਕੀਤਾ ਗਿਆ, ਆਰਡਰ ਕੀਤਾ ਗਿਆ ਤੇ ਸਿੱਖ ਸੋਚਾਂ ਵਿੱਚ ਪੈ ਗਏ ਵੀ ਹੁਣ ਕੀ ਕਰੀਏ। ਤੇ ਸਾਧ ਸੰਗਤ ਉਹ ਜਰਮਨਾਂ ਨੇ ਇਸ ਤਰੀਕੇ ਦੇ ਨਾਲ ਪਹਾੜੀਆਂ ਉੱਤੇ ਮੋਰਚੇ ਬਣਾਏ ਹੋਏ ਸਨ ਕਿ ਸਮਝ ਨਹੀਂ ਸੀ ਆ ਰਹੀ ਉਹਨਾਂ ਦੇ ਮੋਰਚਿਆਂ ਦੀ, ਕਿਉਂਕਿ ਜਿਹੜੀਆਂ ਵੀ ਫੌਜਾਂ ਪਹਾੜੀ ਵੱਲ ਵੱਧਦੀਆਂ ਸਨ ਉਹ ਮਰ ਖਪ ਜਾਂਦੀਆਂ ਸਨ ਗੋਲੀਆਂ ਦੀ ਬਛਾੜ ਦੇ ਕਰਕੇ। ਹੁਣ ਸਿੱਖ ਫੌਜੀਆਂ ਨੂੰ ਜਦੋਂ ਆਰਡਰ ਕੀਤਾ ਗਿਆ ਤੁਸੀਂ ਅੱਗੇ ਵਧੋ, ਤੇ ਸਾਰੀ ਸਿੱਖ ਪਲਟਨ ਨੇ, ਸਾਧ ਸੰਗਤ ਫਿਰ ਉਸ ਵਕਤ ਇਹ ਨਿਸ਼ਚਾ ਕੀਤਾ ਕਿ 101 ਰੁਪਏ ਦੀ ਰਸਦ ਦਾ ਕੜਾਹ ਪ੍ਰਸ਼ਾਦ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਗੁਰੂ, ਜਿਹੜੇ 10 ਪਾਤਸ਼ਾਹੀਆਂ ਦੀ ਜੋਤ ਹਨ, ਜਿਨ੍ਹਾਂ ਵਿੱਚ 36 ਮਹਾਂਪੁਰਖ ਆਪ ਸਾਖਸ਼ਾਤ ਬਿਰਾਜਮਾਨ ਹਨ, ਐਸੇ ਮਾਲਕ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਜਾਏ ਜੋ ਸਾਡੇ ਹਾਜ਼ਰ ਨਾਜ਼ਰ ਸਤਿਗੁਰੂ ਨੇ।
ਸ਼ਰਧਾ ਨਾਲ ਸਿੱਖ ਫੌਜੀਆਂ ਨੇ ਸਾਧ ਸੰਗਤ ਕੜਾਹ ਪ੍ਰਸ਼ਾਦ ਤਿਆਰ ਕੀਤਾ। ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ, ਪਰਦੇਸ ਵਿੱਚ ਤੇਰੇ ਸਿੱਖ ਮੌਤ ਦਾ ਸ਼ਿਕਾਰ ਹੋਣ ਲੱਗੇ ਨੇ, ਤੂੰ ਸਾਡੇ ਅੰਗ ਸੰਗ ਸਹਾਈ ਹੋਵੀਂ। ਇਹ ਮੇਰੇ ਮਾਲਕ ਕਿਰਪਾ ਕਰ ਦਿਓ। ਬੜੀ ਅਧੀਨਗੀ ਦੇ ਨਾਲ ਇਹ ਸਾਧ ਸੰਗਤ ਸ਼ਰਧਾ ਨਾਲ ਅਰਦਾਸ ਕੀਤੀ, ਜੁੜੇ ਮਨਾਂ ਦੇ ਨਾਲ ਕੀਤੀ ਅਰਦਾਸ। ਸਤਿਗੁਰੂ ਜੀ ਸੁਣਦੇ ਨੇ। ਸੁਣ ਲਈ ਸਤਿਗੁਰੂ ਮਹਾਰਾਜ ਨੇ ਅਰਦਾਸ ਪ੍ਰਵਾਨ ਹੋ ਗਈ। ਸਾਧ ਸੰਗਤ ਜਦੋਂ ਇਹ ਸਾਰਾ ਕਰਮ ਕੀਤਾ, ਬਾਣੀ ਪੜ੍ਹੀ, ਭਾਈ ਸਾਹਿਬ ਜੀ ਲਿਖਦੇ ਗਿਆਨੀ ਜੀ ਕਿ ਅਰਦਾਸ ਕੀਤੀ ਸਿੱਖ ਪਲਟਨ ਨੇ। ਇਸ ਕੁੱਲ ਕਰਮ ਦੇ ਵਿੱਚ 2 ਘੰਟੇ ਲੱਗ ਗਏ ਤੇ ਵਿਦੇਸ਼ੀ ਅਫਸਰ ਵੇਖ ਰਹੇ ਸਨ ਤੇ ਉਹ ਦਿਲ 'ਚ ਸਮਝਦੇ ਸਨ ਕਿ ਸਾਰੇ ਸਿੱਖ ਫੌਜੀ ਮੌਤ ਦਾ ਗਰਾਸ ਹੋਣ ਵਾਲੇ ਨੇ ਤੇ ਮੰਨ ਲਓ ਆਪਣੀ ਮੌਤ ਦੀ ਤਿਆਰੀ ਕਰ ਰਹੇ ਨੇ। ਉਹਨਾਂ ਨੂੰ ਯਕੀਨ ਸੀ ਇਹਨਾਂ ਸਭ ਨੇ ਮਰ ਜਾਣਾ। ਖੈਰ ਅਰਦਾਸ ਹੋਈ ਮਾਲਕ ਦੇ ਚਰਨਾਂ ਵਿੱਚ ਤੇ ਸਾਧ ਸੰਗਤ ਮਾਰਚ ਦਾ ਬਿਗਲ ਵੱਜ ਗਿਆ। ਤੋਪਖਾਨੇ ਦੇ ਸਿੱਖ ਫੌਜੀ ਆਪਣੀਆਂ ਤੋਪਾਂ ਦੇ ਮੂੰਹ ਪਹਾੜੀ ਦੇ ਨਿਸ਼ਾਨੇ ਬੰਨਣ ਵਿੱਚ ਲੱਗ ਗਏ ਤੇ ਇਸ ਤਰ੍ਹਾਂ ਇੱਕ ਸਿੱਖ ਤੋਪਚੀ ਨੂੰ ਪਹਾੜੀ ਵੱਲ ਜਦੋਂ ਨਿਸ਼ਾਨਾ ਬੰਨ ਰਿਹਾ ਸੀ, ਉਸ ਵਕਤ ਪਹਾੜੀ ਦੀ ਇੱਕ ਨੁੱਕਰ ਵਿੱਚੋਂ ਧੂੰਆਂ ਜਿਹਾ ਉੱਠਦਾ ਨਜ਼ਰ ਆਇਆ। ਥੋੜਾ ਥੋੜਾ ਧੂੰਆਂ ਉਹਨੂੰ ਅਸਮਾਨ 'ਚ ਉੱਠਦਾ ਦਿਸਿਆ। ਜਿਹੜੀ ਤੋਪ ਦੀ ਦੂਰਬੀਨ ਸੀ ਨਾ, ਉਹਦੇ ਨਾਲ ਚੰਗੀ ਤਰ੍ਹਾਂ ਜਾਚਿਆ, ਪਰਖਿਆ, ਅਨੁਮਾਨ ਲਾਇਆ ਕਿ ਉੱਥੇ ਅੱਗ ਬਲ ਰਹੀ ਹੈ। ਖੈਰ ਤੋਪ ਦੀ ਸ਼ਿਸ਼ਤ ਲਈ, ਨਿਸ਼ਾਨਾ ਉਧਰ ਨੂੰ ਕੀਤਾ ਤੋਪ ਦਾ ਤੇ ਗੋਲਾ ਜਿਹੜਾ ਸੀ ਧੂਏ ਵਾਲੀ ਥਾਂ ਦੇ ਉੱਤੇ ਛੱਡ ਦਿੱਤਾ। ਜਦੋਂ ਉੱਥੇ ਗੋਲਾ ਛੱਡਿਆ ਤੇ ਬਾਕੀ ਤੋਪਾਂ ਨੇ ਵੀ ਗੋਲੇ ਭਰਾਉਣੇ ਸ਼ੁਰੂ ਕਰ ਦਿੱਤੇ। ਠਾ ਠਾ ਆਰੰਭ ਹੋ ਗਈ। ਫੌਜੀ ਸਨ ਜਿਨ੍ਹਾਂ ਨੇ ਪੈਦਲ ਜਾਣਾ ਸੀ, ਉਹਨਾਂ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਮੌਤ ਸਭ ਨੂੰ ਸਾਹਮਣੇ ਦਿਸ ਰਹੀ ਸੀ, ਪਰ ਸਾਰਿਆਂ ਨੇ ਦਿਲ ਵਿੱਚ ਧੀਰਜ ਰੱਖਿਆ। ਜਦੋਂ ਮੌਤ ਸਾਹਮਣੇ ਦਿਸੇ, ਇਨਸਾਨ ਨੂੰ ਸਾਧ ਸੰਗਤ ਰੱਬ ਵੀ ਚੇਤੇ ਆਉਂਦਾ ਹੈ। ਇਸ ਕਰਕੇ ਭਗਤੀ ਦੇ ਮਾਰਗ ਉੱਤੇ ਤੁਰਨ ਵਾਲੇ ਹਰੇਕ ਮਹਾਂਪੁਰਸ਼ ਤੇ ਤਜਰਬੇਕਾਰ ਅਭਿਆਸੀ ਨੇ ਆਖਿਆ ਹੈ ਵੀ ਜੇ ਤੁਹਾਨੂੰ ਮੌਤ ਚੇਤੇ ਹੈ ਤੇ ਰੱਬ ਚੇਤੇ ਆਏਗਾ, ਜੇ ਤੁਹਾਨੂੰ ਮੌਤ ਭੁੱਲ ਗਈ ਤੇ ਰੱਬ ਵੀ ਭੁੱਲ ਜਾਂਦਾ ਹੈ। ਮੌਤ ਸਾਹਮਣੇ ਦਿਸ ਰਹੀ ਸੀ, ਇਸ ਕਰਕੇ ਧਿਆਨ ਪੂਰਾ ਗੁਰੂ ਮਹਾਰਾਜ ਦੇ ਚਰਨਾਂ 'ਚ ਲੱਗਾ ਹੋਇਆ ਸੀ। ਕੋਈ ਬਾਣੀ ਪੜ੍ਹ ਰਹੇ ਸਨ, ਕੋਈ ਵਾਹਿਗੁਰੂ ਵਾਹਿਗੁਰੂ ਕਰ ਰਹੇ ਸਨ ਤੇ ਪਹਾੜੀ ਵੱਲ ਨੂੰ ਵੱਧ ਰਹੇ ਸਨ। ਸਾਧ ਸੰਗਤ ਫੌਜਾਂ ਅੱਗੇ ਅੱਗੇ ਵਧਦੀਆਂ, ਪਰ ਕੋਈ ਨਾ ਗੋਲੀ ਨਾ ਤੋਪ ਦਾ ਫਾਇਰ, ਕੁਛ ਨਹੀਂ ਹੋ ਰਿਹਾ। ਬੁਲੰਦ ਹੌਸਲੇ, ਇਸ ਤਰ੍ਹਾਂ ਨਾਲ ਹੋਰ ਹੌਸਲੇ ਜਿਹੜੇ ਸਨ ਵੱਧਦੇ ਗਏ। ਇਹ ਸਾਰਾ ਕੁਝ ਵੇਖ ਵੇਖ ਕੇ ਫਰਾਂਸੀਸੀ ਅਫਸਰ ਮੂੰਹ 'ਚ ਉਂਗਲਾਂ ਪਾ ਕੇ ਦੇਖ ਰਹੇ ਸੀ, ਬੜੇ ਹੈਰਾਨ ਹੋ ਰਹੇ ਸਨ। ਤੇ ਗਿਆਨੀ ਜੀ ਲਿਖਦੇ ਨੇ ਕਿ ਇਹ ਸਾਰਾ ਕਿਰਪਾਲੂ ਸਤਿਗੁਰੂ ਦਾ ਧਿਆਨ ਧਰ ਕੇ ਸਿੱਖ ਫੌਜੀ ਜਿਹੜੇ ਸਨ ਧੰਨਵਾਦ ਕਰ ਰਹੇ ਸਨ, ਸ਼ੁਕਰ ਕਰ ਰਹੇ ਸਨ। ਇਹ ਮਾਨੋ ਸੱਚੇ ਪਾਤਸ਼ਾਹ ਮਹਾਰਾਜ ਨੇ ਪ੍ਰਤੱਖ ਕਲਾ ਵਰਤਾ ਦਿੱਤੀ। ਜਿਵੇਂ ਸਾਹਿਬ ਕਹਿੰਦੇ, ਵਿਖੜੇ ਦਾਓ ਲੰਘਾਏ ਮੇਰਾ ਸਤਿਗੁਰ। ਸਤਿਗੁਰੂ ਮਹਾਰਾਜ ਗਰੀਬ ਨਵਾਜ ਨੇ ਬਚਨ ਮਾਨੋ ਪੂਰਾ ਕਰ ਦਿੱਤਾ। ਇੱਕ ਅੰਗਰੇਜ਼ ਅਫਸਰ ਨੇ ਇੱਕ ਸਿੱਖ ਸੂਬੇਦਾਰ ਨੂੰ ਆਖਿਆ, ਤੁਸਾਂ ਤੇ ਕਮਾਲ ਹੀ ਕਰ ਦਿੱਤੀ। ਅੱਗੋਂ ਸਿੱਖ ਸੂਬੇਦਾਰ ਨੇ ਉੱਤਰ ਦਿੱਤਾ, ਕਮਾਲ ਅਸੀਂ ਨਹੀਂ ਕੀਤਾ, ਇਹ ਤੇ ਅਰਦਾਸ ਦਾ ਕਮਾਲ ਹੈ। ਕਮਾਲ ਸਤਿਗੁਰੂ ਜੀ ਦਾ ਹੈ। ਸਤਿਗੁਰੂ ਜੀ ਹਮੇਸ਼ਾ ਸਿੱਖ ਦੇ ਅੰਗ ਸੰਗ ਹਨ, ਉਹ ਹਾਜ਼ਰ ਨਾਜ਼ਰ ਨੇ ਹਰ ਜਗ੍ਹਾ। ਅਸੀਂ ਕੇਵਲ ਅਰਦਾਸ ਕੀਤੀ ਹੈ, ਸਾਡੀ ਸਹਾਇਤਾ ਸਾਡੇ ਸਤਿਗੁਰੂ ਨੇ ਕੀਤੀ ਹੈ। ਇਹ ਸਾਰੀ ਕਮਾਲ ਸਾਡੇ ਮਾਲਕ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਦੀ ਹੈ। ਅਸਲ 'ਚ ਹੋਇਆ ਕੀ ਸੀ ਸਾਧ ਸੰਗਤ, ਕਿ ਜਦੋਂ
ਗੋਲਾ ਦਾਗਿਆ ਸੀ ਨਾ ਪਹਿਲਾ ਤੋਪਚੀ ਨੇ, ਤੇ ਸਿੱਖ ਤੋਪਚੀ ਨੇ ਜਿਹੜਾ ਪਹਿਲਾ ਗੋਲਾ ਛੱਡਿਆ ਸੀ, ਧੂਆਂ ਨਿਕਲਦਾ ਹੋਇਆ ਜਗ੍ਹਾ ਵੱਲ ਵੇਖ ਕੇ, ਉਹ ਤੋਪ ਦਾ ਗੋਲਾ ਉੱਥੇ ਜਾ ਕੇ ਲੱਗਾ ਜਿੱਥੇ ਜਰਮਨ ਫੌਜੀਆਂ ਨੇ ਸਾਰੀਆਂ ਪਹਾੜੀਆਂ ਉੱਤੇ ਲੱਗੀਆਂ ਹੋਈਆਂ ਤੋਪਾਂ ਨੂੰ ਚਲਾਉਣ ਵਾਲਾ ਇੰਜਣ ਦੇ ਉੱਤੇ ਬਟਨ ਫਿੱਟ ਕੀਤਾ ਹੋਇਆ ਸੀ। ਉਹ ਗੋਲਾ ਵੱਜਣ ਦੇ ਨਾਲ ਬਟਨ ਉੱਡ ਗਿਆ, ਉਹ ਜਗ੍ਹਾ ਖਤਮ ਹੋ ਗਈ। ਹੁਣ ਤੋਪਾਂ ਕਿੱਥੋਂ ਚੱਲਣੀਆਂ ਸਨ? ਉਹ ਸਾਰੀਆਂ ਤੋਪਾਂ ਨਕਾਰਾ ਹੋ ਗਈਆਂ, ਕਿਉਂਕਿ ਉਹਨਾਂ ਨੂੰ ਚਲਾਉਣ ਵਾਲਾ ਬਟਨ ਹੀ ਉੱਡ ਗਿਆ। ਇਸ ਕਰਕੇ ਸਾਧ ਸੰਗਤ ਸਿੱਖ ਪਲਟਨ ਨੂੰ ਅੱਗੇ ਜਦੋਂ ਵਾਧਾ ਹੋਇਆ, ਜਰਮਨੀ ਫੌਜਾਂ ਨੇ ਵੇਖਿਆ ਤੇ ਉਹ ਉਲਟਾ ਪਹਾੜੀ ਤੋਂ ਉਤਰ ਕੇ ਪਿਛਾਂਹ ਨੂੰ ਹਟਣੇ ਸ਼ੁਰੂ ਹੋ ਗਏ। ਜਰਮਨੀ ਫੌਜਾਂ ਪਿਛਾਂਹ ਨੂੰ ਹਟਣੀਆਂ ਸ਼ੁਰੂ ਹੋ ਗਈਆਂ ਤੇ ਸਿੱਖ ਫੌਜੀਆਂ ਨੇ ਜਾ ਕੇ ਪਹਾੜੀਆਂ ਤੇ ਕਬਜ਼ਾ ਕਰ ਲਿਆ। ਇਹ ਜਿਹੜਾ ਕਾਰਨਾਮਾ ਹੋਇਆ ਨਾ, ਇਹ ਵੇਖ ਕੇ ਜਿਹੜੀਆਂ ਅੰਗਰੇਜ਼ ਫੌਜਾਂ ਸਨ, ਅੰਗਰੇਜ਼ ਅਫਸਰ ਸਨ, ਉਹਨਾਂ ਦੇ ਮਨਾਂ ਵਿੱਚ ਸਿੱਖ ਫੌਜੀਆਂ ਦੀ ਇਹ ਧਾਰਮਿਕ ਰੁਚੀ ਵੇਖ ਕੇ, ਬਹਾਦਰੀ ਵੇਖ ਕੇ ਬਹੁਤ ਅਚੰਭਤ ਹੋਏ ਤੇ ਸਿੱਖਾਂ ਦਾ ਬਹਾਦਰੀ ਦਾ ਸਿੱਕਾ ਉਹਨਾਂ ਦੇ ਦਿਲਾਂ ਤੇ ਬਹਿ ਗਿਆ। ਉਹਨਾਂ ਨੂੰ ਭਰੋਸਾ ਵੀ ਜਾਗਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੜੀ ਸ਼ਕਤੀ ਹੈ। ਇਸੇ ਕਰਕੇ ਅੰਗਰੇਜ਼ਾਂ ਨੇ ਲੜਾਈ ਜਿੱਤਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਕਈ ਗੁਰਸਥਾਨਾਂ ਤੇ ਅਖੰਡ ਪਾਠ ਸਾਹਿਬ ਵੀ ਕਰਵਾਏ ਸਨ। ਆਖਰ ਆਪ ਨੂੰ ਪਤਾ ਹੈ, ਅਖੀਰ ਨੂੰ ਅੰਗਰੇਜ਼ਾਂ ਨੂੰ ਇਸ ਜੰਗ ਵਿੱਚ ਜਿੱਤ ਪ੍ਰਾਪਤ ਹੋਈ ਸੀ। ਖੈਰ, ਇਸ ਤਰ੍ਹਾਂ ਨਾਲ ਅਰਦਾਸ ਦੀ ਇਹ ਬਰਕਤ ਹੈ, ਇਹ ਸ਼ਕਤੀ ਹੈ। ਤੇ ਦੂਸਰੀ ਗੱਲ, ਸਿੱਖ ਫੌਜੀ ਜਿੱਥੇ ਵੀ ਜਾਂਦੇ ਸਨ, ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਨਾਲ ਰੱਖਦੇ ਸਨ ਤੇ ਗੁਰੂ ਗ੍ਰੰਥ ਸਾਹਿਬ ਉੱਤੇ, ਮਹਾਰਾਜ ਸਾਹਿਬ ਦੀ ਬਾਣੀ ਉੱਤੇ ਉਹਨਾਂ ਨੂੰ ਅਟੁੱਟ ਭਰੋਸਾ ਸੀ। ਇਸ ਕਰਕੇ ਸਾਨੂੰ ਵੀ ਜ਼ਿੰਦਗੀ ਦੇ ਹਰ ਮੁਸ਼ਕਲ ਮੁਕਾਮ ਉੱਤੇ ਅਰਦਾਸ ਦਾ ਸਹਾਰਾ ਲੈਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਕੇ ਅਰਦਾਸ ਕਰਾਂਗੇ ਸ਼ਰਧਾ ਭਾਵਨਾ ਨਾਲ, ਮਹਾਰਾਜ ਸਾਹਿਬ ਜੀ ਜ਼ਰੂਰ ਸਾਧ ਸੰਗਤ ਸਾਡੀ ਸੁਣਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਹਰ ਇੱਕ ਦੀ ਜ਼ਿੰਦਗੀ ਦੇ ਵਿੱਚੋਂ ਮੁਸ਼ਕਲਾਂ ਤੇ ਵਿਘਨ ਰੁਕਾਵਟ ਦੂਰ ਕਰਨ, ਦਰੋਂ ਘਰੋਂ ਸਿੱਖੀ ਬਖਸ਼ਣ, ਇਹੀ ਅਰਦਾਸ ਕਰਦਾ ਹੋਇਆ ਇਹ ਗਾਥਾ ਨੂੰ ਇੱਥੇ ਸਮਾਪਤ ਕਰਦਾ। ਹੋਈਆਂ ਬੇਅੰਤ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।